ਜਦੋਂ ਆਪਾਂ ਇਹ ਕਹਿ ਹੀ ਦਿੱਤਾ ਵੀ ਸਾਡਾ ਕੁਝ ਬਚਿਆ ਹੀ ਨਹੀਂ, ਆਪਾਂ ਤਾਂ ਖਤਮ ਆ, ਬਚਣਾ ਹੀ ਕੁਝ ਨਹੀਂ ਗਾ ਜੇ ਇਹ ਬਿੱਲ ਆ ਗਏ, ਤੇ ਫਿਰ ਜੇ ਆਪਾਂ 2-4 ਬੰਦੇ ਉੱਥੇ ਭੁੱਖ ਹੜਤਾਲ ਤੇ ਬਹਿ ਵੀ ਜਾਵਾਂਗੇ, 4 ਦਿਨ 10 ਦਿਨ ਰੋਟੀ ਅੰਨ ਛੱਡ ਵੀ ਦੇਵਾਂਗੇ ਪਾਣੀ, ਤੇ ਫਿਰ ਇਹ ਪੰਜਾਬ ਦਾ ਕਰਜ਼ਾ ਤਾਂ ਨਹੀਂ ਲੈਣਾ, ਮਾਂ ਦਾ ਕਰਜ਼ਾ ਤਾਂ ਨਹੀਂ ਲੈਣਾ। ਭਗਤ ਸਿੰਘ ਹੁਣੀ ਜੇਲ੍ਹ 'ਚ ਛੋਟੀ ਉਮਰ ਤੇ ਸਭ ਤੋਂ ਵੱਡੀ ਭੁੱਖ ਹੜਤਾਲ ਉਦੋਂ ਕੀਤੀ ਸੀ ਜਿਹੜੀ ਕਿ 112 ਦਿਨ ਦੀ ਸੀ। ਕਿਉਂ? ਕਿਉਂਕਿ ਇਨਹਿਊਮਨ ਬਿਹੇਵ ਆ ਜਿਹੜਾ ਨਾਲ ਦੇ ਕੈਦੀਆਂ ਨੂੰ ਜਿਹੜੇ ਅੰਗਰੇਜ਼ ਕਰ ਰਹੇ ਸੀ, ਮਾਰ ਕੁੱਟ ਕਰ ਰਹੇ ਸੀ, ਖਾਣਾ ਚੰਗਾ ਨਹੀਂ ਦੇ ਰਹੇ ਸੀ। ਉਸ ਜੱਟ ਨੇ, ਉਸ ਕਿਸਾਨ ਨੇ ਦੇ ਪੁੱਤ ਨੇ ਉਹ ਉੱਥੇ ਸ਼ਾਂਤੀਮਈ ਉਹ ਕਹਿੰਦਾ ਵੀ ਭੁੱਖ ਹੜਤਾਲ ਰੋਟੀ ਪਾਣੀ ਬੰਦ। ਉਸ ਵੇਲੇ ਦੀ ਸਭ ਤੋਂ ਵੱਡੀ ਭੁੱਖ ਹੜਤਾਲ ਸੀ। ਤੇ ਇਹ ਫੈਸਲਾ ਕਰੋ, ਉੱਥੇ ਭੁੱਖ ਹੜਤਾਲ ਮਰਨ ਵਰਤੇ ਸਟੇਜਾਂ ਲਾ ਕੇ ਉੱਥੇ ਬਹਿਓ, ਬੜੇ ਲੀਡਰ ਕੋਈ ਵੀ ਫੈਸਲਾ ਕਰੋ, ਜਿਵੇਂ ਪਰਚੀ ਪਾ ਕੇ ਵੀ ਜਿਹਦੀ ਪਰਚੀ ਨਿਕਲਦੀ ਹੈ ਭਾਈ ਇੱਕ ਤੋਂ ਅੱਗੇ ਹੋ ਕੇ, ਜੇ ਨਹੀਂ ਫਿਰ ਮੈਨੂੰ ਦੱਸ ਦਿਓ, ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਜਿੱਥੇ ਕਹੋਗੇ ਮੈਂ ਇੱਥੇ ਜਿੱਥੇ ਬੈਠਾ ਧਰਨੇ ਤੇ ਉੱਥੇ ਬਹਿ ਜਾਊਂਗਾ। ਸਤਿ ਸ਼੍ਰੀ ਅਕਾਲ ਜੀ। ਦੇਖੋ ਬਹੁਤ ਹੀ ਮੈਂ ਸਮਝਦਾ ਅੱਜ ਤਾਂ ਜ਼ਿਆਦਾ ਦੁੱਖ ਮਨ ਦੁਖੀ ਅੱਜ ਜ਼ਿਆਦਾ, ਕਿਉਂਕਿ ਆ 15-20 ਦਿਨ ਜਦੋਂ ਦਾ ਪ੍ਰੋਟੈਸਟ ਦਿੱਲੀ 'ਚ ਆਪਾਂ ਗਏ ਆ, ਪਰ ਅੱਜ ਜਦੋਂ ਸਵੇਰੇ ਦੇਖਿਆ ਵੀ ਸਾਡੇ ਬਜ਼ੁਰਗ 90 ਸਾਲ ਦੇ ਮੀਂਹ ਦੇ ਵਿੱਚ ਪੱਲੀਆਂ ਥੱਲੇ ਟਰਾਲੀਆਂ ਥੱਲੇ ਪਏ ਨੇ, ਜਿਨ੍ਹਾਂ ਨੂੰ ਰਾਜੇ ਕਿਹਾ ਜਾਂਦਾ, ਧਰਤੀ ਪੁੱਤਰ ਕਿਹਾ ਜਾਂਦਾ, ਜਿਨ੍ਹਾਂ ਨੂੰ ਅੱਜ ਉਹ ਦਿੱਲੀ ਦੇ ਸੀਵਰੇਜ ਦੇ ਨਾਲ, ਗਲੀਆਂ ਦੇ ਨਾਲ, ਗਟਰਾਂ ਦੇ ਨਾਲ ਇਸ ਸਰਕਾਰ ਨੇ, ਦੁਸ਼ਟ ਸਰਕਾਰ ਨੇ ਉਹਨਾਂ ਨੂੰ ਪਾਤਾ ਸਾਡੀਆਂ ਜ਼ਮੀਨਾਂ ਖੋਹਣ ਲਈ। ਇਹ ਕਿਉਂ 90 ਸਾਲ ਦੇ ਸੋਚਿਆ ਕਦੇ? ਕਿਉਂ ਬੈਠੇ ਆ 90 ਸਾਲ ਦੇ? ਇਹਨਾਂ ਦੀ ਤਾਂ ਜ਼ਿੰਦਗੀ ਨਿੰਘ ਜਾਣੀ ਆ, ਆਪਣੀਆਂ ਅਗਲੀਆਂ ਪੀੜ੍ਹੀਆਂ ਖਾਤਰ ਬੈਠੇ ਆ। ਆਪਣੀਆਂ ਜਿਹੜੇ ਛੋਟੇ ਅੱਜ ਬੱਚੇ ਨੇ, ਗੋਦੀਆਂ 'ਚ ਬੱਚੇ ਆ, ਉਹਨਾਂ ਦੀਆਂ ਜ਼ਿੰਦਗੀਆਂ ਲਈ ਇਹ ਬੈਠੇ ਆ। ਅੱਜ ਵਾਟਰ ਸਟੇਟ ਮਾਹੌਲ ਬਣਿਆ ਪਿਆ, ਇਸ ਤਰੀਕੇ ਨਾਲ ਜੰਗ ਇੱਕ ਛਿੜੀ ਹੈ। ਇੱਕ ਗੱਲ ਨੂੰ ਕਈ ਵਾਰ ਪਤਾ ਨਹੀਂ, ਦੁੱਖ ਵੀ ਬਹੁਤ ਹੁੰਦਾ। ਮੈਂ ਕਈ ਗੱਲਾਂ ਬੈਠਾ ਲਿਖ ਰਿਹਾ ਸੀ ਬਈ ਇਹ ਕਈ ਤਾਂ ਜਾਂਦੇ ਆ ਵੀ ਅਸੀਂ ਜੀ ਸਾਰਾ ਕੁਝ ਜਿਹੜਾ ਹੈ ਉਹ ਕਿਸਾਨਾਂ ਦਾ ਮੰਨ ਲਿਆ। ਪਤਾ ਨਹੀਂ 700 ਪ੍ਰੈਸ ਕਾਨਫਰੰਸਾਂ ਰੱਖੀਆਂ, ਜ਼ਿਲ੍ਹਿਆਂ 'ਚ ਕਿੰਨੀਆਂ ਰੱਖੀਆਂ ਇਹਨਾਂ ਨੇ। ਇੱਕ ਗੱਲ ਨੂੰ ਸਮਝੋ ਤੁਸੀਂ, ਜਦੋਂ ਵੀ ਕੋਈ ਕਿਸੇ ਚੀਜ਼ ਦਾ ਢਾਂਚਾ ਤਿਆਰ ਹੋ ਜੇ, ਢਾਂਚਾ ਮਤਲਬ ਇਹ ਜਿਹੜੇ ਤੁਹਾਡੇ 3 ਬਿੱਲ ਨੇ, ਤੁਸੀਂ ਕਹਿੰਦੇ ਹੋ ਵੀ ਅਸੀਂ ਆ ਵੀ ਤੁਹਾਡੀ ਮੰਨ ਲਈ, ਆ ਵੀ ਮੰਨ ਲਈ, ਤੁਹਾਡੀ ਆ ਵੀ ਮੰਨ ਲਈ। ਜਦੋਂ ਇੱਕ ਫਰੇਮ, ਇੱਕ ਢਾਂਚਾ ਤਿਆਰ ਕਰ ਲਿਆ ਤੁਸੀਂ ਕਿਸੇ ਚੀਜ਼ ਲਈ, ਰੋਜ਼ ਉਸ ਢਾਂਚੇ 'ਚ ਕਦ ਤੁਸੀਂ ਇੱਟ ਲਾ ਦੇਣੀ ਹੈ, ਕਦ ਕਿੱਲ ਲਾ ਦੇਣਾ, ਕਦ ਕੱਢ ਲੈਣਾ। ਰੋਜ਼ ਅਸੀਂ ਤੁਹਾਡੇ ਮਗਰ ਕਦੇ ਕਿਵੇਂ ਫਰੀ ਜਾਵਾਂਗੇ? ਕਿਹੜੀ ਸਰਕਾਰ ਕੱਲ ਨੂੰ ਆ ਕੇ ਇਸ ਢਾਂਚੇ 'ਚ ਕੀ ਫਿੱਟ ਕਰ ਦੇ? ਇਹ ਤੁਸੀਂ ਫਰੇਮ ਜਿਹਨੂੰ ਕਹਿੰਦੇ ਆ ਨਾ, ਫਰੇਮ ਤਿਆਰ ਕਰ ਲਿਆ ਇੱਕ ਪਿਕਚਰ ਲਾਉਣ ਦਾ, ਫੋਟੋ ਲਾਉਣ ਦਾ। ਜਿੰਨਾ ਚਿਰ ਅਸੀਂ ਕਹਿੰਦੇ ਆ ਵੀ ਫਰੇਮ ਨੂੰ ਕਿਉਂ ਨਹੀਂ ਤੋੜ ਕੇ ਲਾ ਕੇ ਪਰੇ ਸਿੱਟ ਦੇ, ਜਿੰਨਾ ਚਿਰ ਫਰੇਮ ਰਹੂਗਾ ਬਿੱਲ ਰਹਿਣਗੇ, ਤੁਸੀਂ ਨਾ ਕੋਈ ਛੇੜਖਾਨੀ ਕਰਦੇ ਰਹੋ। ਅੱਜ ਮੈਂ ਬਹੁਤ ਭਰੇ ਮਨ ਨਾਲ, ਮੇਰਾ ਕਈ ਵਾਰ ਗੁੱਸਾ ਕਰ ਜਾਂਦੇ ਆ, ਮੈਂ ਵੀ ਛੋਟਾ ਏ, ਜਿੰਨੀ ਸਾਡੇ ਮਨ 'ਚ ਭਾਵਨਾ ਆਉਂਦੀ ਆ ਅਸੀਂ ਬੋਲ ਦਿੰਨੇ ਆ। ਜਦੋਂ ਸਾਰਾ ਜ਼ਮਾਨਾ ਹੀ ਅੱਜ ਸੋਸ਼ਲ ਮੀਡੀਆ ਦਾ, ਅਸੀਂ ਗੱਲਾਂ ਕਹਿ ਦਿੰਨੇ ਆ। ਮੈਂ ਸਮਝਦਾ ਜਿਹੜੇ ਕਿਸਾਨ ਲੀਡਰ ਨੇ ਨਾ, ਉਹ ਬਹੁਤ ਵੱਡੇ। ਦੇਖੋ ਜੋਗਿੰਦਰ ਸਿੰਘ ਉਗਰਾਹਾਂ, ਮੈਂ ਜਿੰਨੀ ਇੱਜ਼ਤ ਕਰਦਾ, ਮੈਂ ਸਮਝਦਾ ਜਦ ਗੱਲ ਕਰਦੇ ਆ ਵਜ਼ਨ ਹੁੰਦਾ ਗੱਲ 'ਚ। ਜਦ ਗੱਲ ਸਿੱਧੂ ਪਰ ਲਾ ਲਈਏ, ਉਹਨਾਂ ਦੇ ਧੜੇ ਨੇ, ਗਰੁੱਪ ਨੇ, ਖੜੇ ਨੇ ਲੋਕ, ਮਰਨ ਮਰਾਉਣ ਨੂੰ ਖੜੇ ਆ ਲੋਕ। ਉਦੋਂ ਬਾਅਦ ਰੁਲਦਾ ਸਿੰਘ ਆ ਜਾਂਦੇ, ਆ ਖੁੰਡਾ ਬਾਪੂ ਖੁੰਡਾ ਲਈ ਬੈਠਾ, ਹਰੀਆਂ ਪੱਗਾਂ ਬੰਨੀਆਂ, ਖੁਸ਼ ਹੋ ਜਾਂਦਾ ਦੇਖ ਕੇ ਵੀ ਯਾਰ ਇਹ ਜਿੰਨਾ ਚਿਰ ਇਹ ਬਾਪੂ ਸਾਡੇ ਬੈਠੇ ਆ, ਸਾਡੇ ਬੱਚਿਆਂ ਵੱਲ ਕੋਈ ਹੱਥ ਨਹੀਂ ਲਾ ਸਕਦਾ। ਪਰ ਕਈ ਲੀਡਰ ਨੇ, ਮੈਂ ਸਤਿਕਾਰ ਕਰਦਾ ਸਭ ਦਾ, ਕਈ ਗੁੱਸਾ ਕਰ ਜਾਂਦੇ ਆ। ਅਸੀਂ ਤਾਂ ਕਦੇ ਗੁੱਸਾ ਨਹੀਂ ਕੀਤਾ, ਤੁਹਾਡਾ ਕੁਝ ਕਿਹਾ ਹੁੰਦਾ, ਕਿਸੇ ਨੇ ਨਹੀਂ ਕੀਤਾ। ਕਿਉਂ ਕਰੀਏ? ਨਾਲੇ ਜਦ ਸਾਡੀ ਅਗਵਾਈ ਕਰ ਰਹੇ ਹੋ ਤੁਸੀਂ। ਪਰ ਮੇਰੀ ਇੱਕ ਬੇਨਤੀ ਆ, ਦੇਖੋ ਜਦੋਂ ਆਪਾਂ ਇੱਕ ਪਾਸੇ ਤਾਂ ਇਹ ਚਿੰਤਾ ਤਾਂ ਸਤਾਉਂਦੀ ਆ ਨਾ ਰੋਜ਼, ਜਦੋਂ ਆਪਾਂ ਇੱਕ ਪਾਸੇ ਉੱਥੇ ਨੌਜਵਾਨ ਸਾਡੇ ਖੜੇ ਆ, ਤਣੇ ਖੜੇ ਆ, ਦੂਜੇ ਪਾਸੇ ਰੋਜ਼ ਵੀਡੀਓ ਵੀ ਇੱਧਰੋਂ ਫੌਜ ਆ ਗਈ ਜੀ, ਇੱਧਰੋਂ BSF, ਇਹ ਡਰ ਲੱਗਦਾ ਵੀ ਯਾਰ ਕੀ ਸਾਡੇ ਕਿਤੇ। ਪਰ ਉਹ ਕੋਈ ਗੱਲ ਨਹੀਂ, ਡਰਦਾ ਕੋਈ ਨਹੀਂਗਾ, ਨਾ ਇਹਨਾਂ ਦੀ ਜੁਰਤ ਆ। ਪਰ ਦੇਖੋ ਇੱਕ ਗੱਲ ਮੇਰੇ ਬਹੁਤ ਬੜੇ ਦਿਨਾਂ ਦੇ ਦਿਮਾਗ 'ਚ ਆ ਰਹੀ ਆ, ਤੇ ਇੱਕ ਕਿਸੇ
ਇੱਕ ਉਦਾਹਰਨ ਲੈਂਦੇ ਆ ਪੁਰਾਣਾ ਵੀ ਉਹਨਾਂ ਨੂੰ ਜੀ ਭੁੱਖ ਹੜਤਾਲ ਤੇ ਬਿਠਾਤਾ ਸੀਗਾ, ਉਦੋਂ ਬਾਅਦ ਉਹਨਾਂ ਨੇ ਕਿਸੇ ਨੇ ਨਾ ਜੀ ਉਹਨੂੰ ਪੁੱਛਿਆ ਨਹੀਂ, ਉਹਨਾਂ ਦੀ ਡੈਥ ਹੋ ਗਈ। ਪਰ ਦੇਖੋ ਇੱਕ 23 ਸਾਲ ਦੀ ਉਮਰ 'ਚ ਆਹ ਤਾਂ ਕੋਈ ਸਰਕਾਰ ਕਿਹੜੀ ਆ, ਬਰਤਾਨੀਆ ਦੀ, ਅੰਗਰੇਜ਼ਾਂ ਦਾ, ਬ੍ਰਿਟਿਸ਼ ਰੂਲ, ਜਿਹੜਾ ਕਿ ਪਤਾ ਨਹੀਂ ਕਿੰਨੇ ਕੁ ਦੇਸ਼ਾਂ 'ਚ ਸੀਗਾ, ਕਿੰਨਾ ਤਾਕਤ ਸੀਗੀ, ਉਹਦੇ ਖਿਲਾਫ ਭਗਤ ਸਿੰਘ ਹੋਣੀ ਜੇਲ੍ਹ 'ਚ, ਛੋਟੀ ਉਮਰ ਤੇ ਸਭ ਤੋਂ ਵੱਡੀ ਭੁੱਖ ਹੜਤਾਲ ਉਦੋਂ ਕੀਤੀ ਸੀ ਜਿਹੜੀ ਕਿ 112 ਦਿਨ ਦੀ ਸੀ। ਕਿਉਂ? ਕਿਉਂਕਿ ਇਨਹਿਊਮਨ ਬਿਹੇਵ ਆ ਜਿਹੜਾ ਨਾਲ ਦੇ ਕੈਦੀਆਂ ਨੂੰ ਜਿਹੜੇ ਅੰਗਰੇਜ਼ ਕਰ ਰਹੇ ਸੀ, ਮਾਰ ਕੁੱਟ ਕਰ ਰਹੇ ਸੀ, ਖਾਣਾ ਚੰਗਾ ਨਹੀਂ ਦੇ ਰਹੇ ਸੀ। ਉਸ ਜੱਟ ਨੇ, ਉਸ ਕਿਸਾਨ ਨੇ ਦੇ ਪੁੱਤ ਨੇ ਉਹ ਉੱਥੇ ਸ਼ਾਂਤੀਮਈ, ਉਹ ਕਹਿੰਦਾ ਵੀ ਭੁੱਖ ਹੜਤਾਲ, ਰੋਟੀ ਪਾਣੀ ਬੰਦ। ਉਸ ਵੇਲੇ ਦੀ ਸਭ ਤੋਂ ਵੱਡੀ ਭੁੱਖ ਹੜਤਾਲ ਸੀ 112 ਦਿਨ ਦੀ। ਤੇ ਸਾਰੀ ਬਰਤਾਨੀਆ ਸਰਕਾਰ ਜਿਹੜੀ ਪਤਾ ਨਹੀਂ ਜਿੱਥੇ ਸੂਰਜ ਨਹੀਂ ਛਿਪਦਾ ਸੀ, ਉਹ ਸਾਰਿਆਂ ਨੂੰ ਭਗਤ ਸਿੰਘ ਜੀ ਦੇ ਮੂਹਰੇ ਝੁਕਣਾ ਪਿਆ। ਦੂਜੀ ਮੈਂ ਗੱਲ ਕਰਦਾ ਜੀ ਇਹ ਸਰਕਾਰ ਲਈ, ਜਿਹੜੀ ਸਰਕਾਰ ਕਹਿੰਦੀ ਆ ਨਾ ਵੀ ਨਹੀਂ ਜੀ ਪੰਜਾਬ ਹੀ ਦੇ ਕਿਸਾਨ ਨੇ, ਹੋਰ ਤਾਂ ਕੋਈ ਹੈ ਨਹੀਂਗੇ ਜੀ, ਬਾਕੀ ਮੁਲਕ 'ਚ ਕਿਉਂ ਨਹੀਂ? ਉਹ ਬਈ ਜਦੋਂ ਆਜ਼ਾਦੀ ਦੀ ਵੀ ਲੜਾਈ ਸੀ, ਦੇਸ਼ ਤਾਂ ਸਾਰਾ ਹੀ ਆਜ਼ਾਦ ਹੋਇਆ ਨਾ, ਜਦੋਂ ਆਜ਼ਾਦੀ ਦੀ ਵੀ ਲੜਾਈ ਸੀ, ਤੁਸੀਂ ਅੰਡੇਮਾਨ ਚਲੇ ਜਾਓ, ਕਿਤੇ ਵੀ ਚਲੇ ਜਾਓ, ਇੰਡੀਆ ਗੇਟ ਤੁਸੀਂ ਦੇਖ ਲਓ ਵੀ ਕਿਹੜੇ, ਹਰ ਜਗ੍ਹਾ ਪਹਿਲ ਪੰਜਾਬ ਨੇ, ਪੰਜਾਬੀਆਂ ਨੇ ਕੀਤੀ ਆ। ਤੇ ਭਗਤ ਸਿੰਘ ਦਾ ਨਾਮ ਕਿਉਂ ਆਉਂਦਾ? ਕਿਉਂਕਿ ਪਹਿਲ ਭਗਤ ਸਿੰਘ ਨੇ, ਪੰਜਾਬ ਨੇ ਕੀਤੀ, ਪੰਜਾਬੀ ਨੇ ਕੀਤੀ। ਇਸੇ ਕਰਕੇ ਕਿਉਂਕਿ ਹੋਰ ਮੂਹਰੇ ਜਦੋਂ ਵੀ ਘੱਟ ਆਉਂਦਾ ਤੇ ਪੰਜਾਬੀ ਇਹ ਮੂਹਰੇ ਜਾਂਦਾ, ਇਹ ਹਿੱਕ ਡਾਉਂਦਾ ਆਪਣੀ ਵੀ ਕੋਈ ਨਹੀਂ ਮੈਂ ਖੜਾ। ਉਸ ਵੇਲੇ ਭਗਤ ਸਿੰਘ ਦੀ ਹਿਸਟਰੀ ਤੋਂ ਲੈ ਕੇ ਅੱਜ ਵੀ ਮੈਂ ਤੁਹਾਨੂੰ ਸਰਕਾਰ ਨੂੰ ਵੀ ਦੱਸਣਾ ਚਾਹੁੰਦਾ ਵੀ ਪੰਜਾਬੀ ਤਾਂ ਬੈਠਾ ਦੇਸ਼ ਲਈ ਆ, ਸਾਰੇ ਲਈ, ਦੇਸ਼ ਦੇ ਕਾਨੂੰਨਾਂ ਲਈ, ਪਰ ਪੰਜਾਬੀ ਬੈਠਾ ਤੁਸੀਂ ਸਮਝਦੇ ਹੋ ਸ਼ਾਇਦ ਉਦੋਂ ਨਹੀਂ ਤੁਹਾਨੂੰ ਪਤਾ ਸੀ ਵੀ ਉਦੋਂ ਵੀ ਪੰਜਾਬੀ ਸੀਗੇ। ਮੇਰੀ ਬੇਨਤੀ ਇੱਕ ਇਹ ਆ, ਜਦੋਂ ਆਪਾਂ ਕਹਿੰਦੇ ਆ ਵੀ ਇਹ 'ਚ ਬੜੀ ਜਾਨ ਆ, ਲੇਟੈਸਟ ਲਾ ਲਓ ਅੰਨਾ ਹਜ਼ਾਰੇ ਜਿਹੜੇ ਸੀ, ਉਹਨਾਂ ਦੀ ਮੂਵਮੈਂਟ ਸੀ, ਜਦੋਂ ਉਹ 10-15 ਦਿਨ ਭੁੱਖ ਹੜਤਾਲ ਤੇ ਬੈਠੇ, ਨੈਸ਼ਨਲ ਟੀਵੀ ਕਵਰ ਕਰ ਰਹੇ ਆ, ਕਦੇ ਡਾਕਟਰ ਆ ਰਿਹਾ, BP ਦੇਖ ਰਹੇ ਆ, ਕਦੇ ਸ਼ੂਗਰ ਲੈਵਲ ਦੇਖ ਰਹੇ ਆ, ਜਾਨ ਨਿਕਲ ਗਈ ਇਹਨਾਂ ਦੀ, ਪਤਾ ਨਹੀਂ ਕਿੰਨੇ ਉਹਨਾਂ ਨੇ ਜੰਗਾਂ ਜਿੱਤੀਆਂ। ਮੈਂ ਆਪਣੀ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ, ਮੈਂ 4 ਦਿਨ ਲਈ ਲੁਧਿਆਣੇ, ਜਦੋਂ ਨਸ਼ੇ ਦਾ ਜ਼ਿਆਦਾ ਸੀ, ਡਰੱਗ ਪ੍ਰੀਵੈਂਸ਼ਨ ਬੋਰਡ ਬਣਵਾਉਣ ਲਈ ਬਹਿ ਗਿਆ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ। ਚੌਥੇ ਦਿਨ ਬਾਦਲ ਸਾਹਿਬ ਨੂੰ ਝੁਕਣਾ ਪਿਆ ਵੀ ਜੇ ਇੱਕ ਮੈਂਬਰ ਪਾਰਲੀਮੈਂਟ ਨੂੰ ਕੁਝ ਹੋ ਗਿਆ ਤਾਂ ਕਿੱਡਾ ਵੱਡਾ ਇੱਕ, ਕਿਉਂਕਿ 15 ਨੌਜਵਾਨ ਮੇਰੇ ਨਾਲ ਬੈਠੇ ਸੀ, ਚੌਥੇ ਦਿਨ ਡਰੱਗ ਪ੍ਰੀਵੈਂਸ਼ਨ ਬੋਰਡ ਬਣਾਤਾ। ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਕੋਈ, ਆਪਾਂ ਪੰਜਾਬੀ ਬਥੇਰੇ ਤਕੜੇ, ਕਿਧਰੇ ਇੰਨੀ ਛੇਤੀ ਕੋਈ ਪ੍ਰੋਬਲਮ ਨਹੀਂ ਆਉਂਦੀ। ਕੋਈ ਫੈਸਲਾ ਕਰਕੇ ਜੇ ਆਪਾਂ ਦਿਖਾਉਣਾ, ਜੇ ਆਪਾਂ ਭਗਤ ਸਿੰਘ ਜੀ ਦੇ ਰਾਹ ਤੇ ਚੱਲਣਾ, ਤੇ ਮੈਂ ਦੇਖੋ ਅਸੀਂ ਤਾਂ ਨਹੀਂ ਕਹੂੰਗੇ, ਹੁਣ ਵਿੱਚ ਥੱਲੇ ਕਮੈਂਟ ਆ ਜਾਣਗੇ ਜਦੀ ਵੀ ਇਹ ਵੱਡਾ ਸਿਆਣਾ ਜੀ, ਤੂੰ ਆਪਣੇ ਘਰੇ ਬੈਠ ਜੀ, ਤੂੰ ਸਲਾਹ ਆਪਣੇ ਘਰੇ ਰੱਖ ਜੀ, ਪਰ ਇਸ ਵੇਲੇ ਸਾਰਿਆਂ ਦਾ ਇਹਦੇ ਵਿੱਚ ਇਨਵੋਲਵਮੈਂਟ ਆ ਪੂਰੀ, ਜਿੰਨੀ ਕਿਸੇ ਦੀ ਓਨੀ ਸਾਡੀ ਆ। ਮੈਂ ਬਿਲਕੁਲ, ਮੇਰੀ ਰਾਏ ਮੰਨਣੀ ਨਾ ਮੰਨਣੀ ਤੁਹਾਡੇ ਤੇ ਆ, ਪਰ ਮੇਰੀ ਜ਼ਰੂਰ ਰਾਏ ਆ ਵੀ ਜਿਹੜੇ ਕੁਝ ਲੀਡਰ ਨੇ, ਵੱਡੇ ਲੀਡਰ ਨੇ, ਇੱਕ ਦਿਨ ਕਹਿ ਦੇਣ ਆਪਾਂ ਬੰਦ ਕਰ ਰਹੇ ਆ, ਆਪਾਂ ਸਾਰੇ ਬਿਠਾਏ ਹੋਏ ਨੇ, ਆਪਾਂ ਸਾਰੇ ਸੜਕਾਂ ਤੇ ਬਿਠਾਏ ਆ, ਲਾ ਕੇ ਨਾਲ ਹੀ ਵੱਡੀ ਸਟੇਜ, ਇਹ ਭੱਜੇ ਨਾ ਫਿਰਨ। ਕੋਈ 2 ਲੀਡਰ ਪਹਿਲੇ ਦਿਨ, 2 ਲੀਡਰ ਕੋਈ ਬਜ਼ੁਰਗ ਭੁੱਖ ਹੜਤਾਲ ਤੇ ਬਹਿ ਜਾਣ, ਹੰਗਰ ਸਟ੍ਰਾਈਕ ਤੇ ਬਹਿ ਜਾਣ, ਮੈਂ ਮਰਨ ਵਰਤ ਨਹੀਂ ਹਜੇ ਕਹਿ ਰਿਹਾ, ਪਹਿਲਾਂ ਭੁੱਖ ਹੜਤਾਲ ਤੇ ਬੈਠਣ। ਆਪਾਂ ਪ੍ਰਮਾਤਮਾ ਦੀ ਮਿਹਰ, ਜਦੋਂ ਆਪਾਂ ਕਹਿ ਰਹੇ ਆ ਨਾ ਵੀ ਇਹ ਜਿਹੜਾ ਸਾਰਾ ਸੰਘਰਸ਼ ਚੱਲ ਰਿਹਾ, ਬੰਦੇ ਦਾ ਤਾਂ ਚਲਾਇਆ ਚੱਲ ਨਹੀਂ ਰਿਹਾ, ਇਹ ਤਾਂ ਉਸ ਪ੍ਰਮਾਤਮਾ ਦੀ ਮਿਹਰ ਨਾਲ ਚੱਲ ਰਿਹਾ, ਉਹਦੀ ਦਾਤੇ ਦੀ ਤਾਕਤ, ਉਹਦੀ ਨਿਗਾਹ ਨਾਲ ਚੱਲ ਰਿਹਾ। ਮੈਂ ਬੇਨਤੀ ਕਰਦਾ ਵੀ ਆਪਾਂ ਜਦੋਂ ਵਾਇਲੈਂਟ ਨਹੀਂ ਹੋਣਾ, ਆਪਾਂ ਕਹਿੰਦੇ ਆਪਣਾ ਦੇਸ਼ ਆ, ਤੁਸੀਂ ਸਾਰੇ ਕਹਿ ਰਹੇ ਹੋ ਵੀ ਇਹਦੇ ਨਾਲ ਆਪਾਂ ਬਹੁਤ ਅੱਗੇ ਵੀ ਲੜਾਈਆਂ, ਹਜੇ ਹੋਰ ਵੀ ਬੜੇ ਅੱਗੇ ਫੈਸਲੇ ਲੈਣੇ ਆ, ਤੇ ਜੇ ਆਪਾਂ ਅੱਜ ਹੀ ਕਮਜ਼ੋਰ ਪੈ ਕੇ ਜਾਵਾਂਗੇ ਤਾਂ ਕੰਮ ਨਹੀਂ ਚੱਲਣਾ। ਸਟੇਜ ਲਾਓ, ਦੁਨੀਆ 'ਚ ਮੈਸੇਜ ਜਾਂਦਾ ਏ, ਜਿਹਨੇ ਵੀ ਸ਼ਾਂਤੀ ਨਾਲ, ਅਮਨ ਨਾਲ, ਚੁੱਪ ਨਾਲ ਲੜਾਈ ਲੜੀ ਉਹ ਜਿੱਤ ਗਿਆ। ਜਦੋਂ ਵਾਇਲੈਂਟ ਹੋ ਗਿਆ ਤਾਂ 15 ਮਿੰਟ ਦੀ ਗੱਲ ਆ, ਗੋਲੀਆਂ ਚੱਲੀਆਂ, ਮਰਨ ਮਰਾਉਣ ਹੋਇਆ, ਖਤਮ ਕਹਾਣੀ। ਇਸ ਕਰਕੇ ਇਹ ਕੀ ਕਹਿ ਲੈਣਗੇ ਜਦੋਂ ਅਸੀਂ ਭੁੱਖ ਹੜਤਾਲ ਤੇ ਬਹਿ ਜਾਾਂਗੇ ਵੀ ਜਿਵੇਂ ਤੁਸੀਂ ਉਦੋਂ ਯੂਨੀਅਨ ਨੇ ਬੜਾ ਵਧੀਆ ਕੀਤਾ ਵੀ ਅਸੀਂ ਨਹੀਂ ਭਾਈ ਯੈਸ ਔਰ ਨੋ ਜਵਾਬ। ਹੁਣ ਵੀ ਮੀਟਿੰਗਾਂ ਦੀ, ਅੱਜ ਮੈਂ ਫਿਰ ਮੀਟਿੰਗਾਂ 'ਚ ਆਪਾਂ ਕਰਨ ਕੀ ਜਾਣਾ ਜੀ, ਡਾਇਲੋਗ 'ਚ ਰਹਿ ਕੀ ਗਿਆ? ਬਿੱਲ ਬਦਲਤਾ ਉਹਨਾਂ ਨੇ, ਆਪਾਂ ਕਿਹਾ ਨਹੀਂ ਬਿੱਲ ਨਹੀਂ, ਇਹ ਜਿਹੜਾ ਢਾਂਚਾ ਤਿਆਰ ਕੀਤਾ ਇਹ ਸਾਰਾ, ਇਹਨੂੰ ਸਾਰੇ ਦੇ ਸਾਰੇ ਨੂੰ ਵਾਪਸ ਲਓ। ਮੈਂ ਇਸ ਕਰਕੇ ਨਹੀਂ ਕਹਿੰਦਾ ਕਿਉਂਕਿ ਸਾਨੂੰ ਤੁਸੀਂ
ਬਹੁਤ ਕਹਿਣਗੇ ਜੀ ਤੂੰ ਬਹਿ ਜਾ, ਸਾਨੂੰ ਕਹਿਣਗੇ ਜੀ ਫੇਰ ਤੁਸੀਂ ਤਾਂ ਇਹ ਕੋਈ ਨਾ ਕੋਈ ਬਣਾਉਣ ਬਹਿ ਗਏ ਆਪਣੀ ਸ਼ੋਹਰਤ ਲਈ ਜਾਂ ਕੁਛ ਹੋਰ ਤੁਹਾਡੀ ਸਿਆਸਤ। ਹਾਂ, ਜਿੱਦਣ ਡਿਊਟੀ ਲਾਓਗੇ ਤੁਸੀਂ ਕਹਿ ਦੋਗੇ ਵੀ ਭਾਈ ਸਾਡੇ ਹੱਥ ਖੜੇ ਆ, ਤੇ ਮੈਂ ਉਦਣ ਹੀ ਬਹਿ ਜਾਊਂਗਾ, ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਬਹਿ ਜਾਊਂਗਾ। ਕਿਉਂਕਿ ਪੰਜਾਬੀਆਂ ਨੂੰ ਦੇਖ ਕੇ ਅੱਜ ਮਨ ਹਿੱਲ ਗਿਆ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਅੱਜ ਤੱਕ ਨਹੀਂ ਸੀ। ਅੱਜ ਤੱਕ ਤਾਂ ਆਪ ਜਿਹੋ ਜਿਹੇ ਨੌਜਵਾਨ ਉਹ ਜਿਹਾ ਜੋਸ਼ ਚ ਲੱਗਦਾ ਸੀ ਵੀ ਕੋਈ ਨਹੀਂ ਟਾਕਰਾ ਕਰਾਂਗੇ, ਪਰ ਅੱਜ ਜਦੋਂ ਬਜ਼ੁਰਗਾਂ ਨੂੰ ਦੇਖਿਆ, ਉਧਰੋਂ ਮੀਂਹ ਪੈ ਰਿਹਾ, ਕੇਸ ਦਾੜੀਆਂ ਭਿੱਜੇ ਹੋਏ ਆ ਮੀਂਹ ਨਾਲ, ਤੇ ਕੀ ਪਤਾ ਨਹੀਂ ਕਿੰਨੇ ਮੌਤਾਂ ਹੋ ਗਈਆਂ, ਕਿੰਨੀਆਂ ਕਾ ਠੰਡ, ਜਿਹੜਾ ਅੱਗੇ ਬਰਸਾਤਾਂ ਆਉਣੀਆਂ, ਫਿਰ ਆਪਾਂ ਲੀਡਰ ਕਿਉਂ ਨਾ ਅੱਗੇ ਹੋ ਕੇ ਇਹਨਾਂ ਨੂੰ ਕਿਉਂ ਆਪਾਂ ਤੰਗ ਕਰੀਏ। ਇਹ ਮੇਰੀ ਬੇਨਤੀ ਆ। ਅੱਗੇ ਵੀ ਆਪਣੀ ਜਿੱਤਾਂ ਹੁੰਦੀਆਂ ਰਹੀਆਂ। ਮੈਂ ਤੁਹਾਨੂੰ ਭਗਤ ਸਿੰਘ ਦੀ, ਅਸੀਂ ਹੋਰ ਤਾਂ ਬਹੁਤ ਨੇ, ਇੱਕ ਫੇਰੂਮਾਨ ਜੀ ਦੀ ਇੱਕ ਗੱਲ ਚੱਲਦੀ ਆ ਵੀ ਉਹਨਾਂ ਦੀ ਡੈਥ ਹੋ ਗਈ ਸੀ, ਉਹ ਉਹਨਾਂ ਦੇ ਮਗਰ ਜਾਂ ਪਿੱਛੇ ਕਹਿ ਜੀ ਸੋਚ ਵਾਲੇ ਲੋਕ ਸੀ, ਉਹ ਕੋਈ ਗੱਲ ਨਹੀਂ। ਅੱਜ ਕੱਲ ਬੜੀਆਂ ਡਾਕਟਰਸ ਦੀਆਂ ਟੀਮਸ ਨੇ ਜਿਹੜੀਆਂ ਚੈੱਕ ਕਰਦੀਆਂ ਹਰ ਵੇਲੇ ਆ ਕੇ। ਮੀਡੀਆ ਤੇ ਮਿੰਟ ਦੀ ਲਾਈਵ ਕਵਰੇਜ ਹੁੰਦੀ ਹੈ। ਜਿਹੜਾ ਬੰਦਾ ਭੁੱਖ ਹੜਤਾਲ ਤੇ ਬੈਠਾ ਹੈ, ਕਿਵੇਂ ਹੋ ਜੂ, ਮੁਲਕ ਹਿੱਲ ਜੂਗਾ ਜੇ ਕੁਝ ਹੋ ਜੂਗਾ, ਕੋਈ ਲੀਡਰ ਨੂੰ ਕੁਝ ਤੱਤੀ ਹਵਾ ਵੀ ਲੱਗ ਜੂਗੀ। ਮੇਰੀ ਤਾਂ ਇਹੀ ਬੇਨਤੀ ਆ, ਜਿੰਨੀ ਕੁ ਮੇਰੀ ਸਮਝ ਆ, ਤੁਸੀਂ ਇਹ ਫੈਸਲਾ ਲੈ ਕੇ ਵੱਡੇ ਲੀਡਰ ਜਿਹੜੀ ਆ ਉਹ ਭੁੱਖ ਹੜਤਾਲ ਤੇ ਉਦੋਂ ਬਾਅਦ ਮਰਨ ਵਰਤ ਤੱਕ ਨਹੀਂ, ਜਦੋਂ ਵੀ ਤੁਸੀਂ ਕਹੋਗੇ। ਪਹਿਲਾਂ ਵੀ ਸ਼ਹੀਦ ਆਜ਼ਮ ਸਰਦਾਰ ਬਿਆਨ ਸਿੰਘ ਨੇ, ਮੈਂ ਉਹਨਾਂ ਦੀ ਸੁਣਦਾ ਰਿਹਾ ਗੱਲਾਂ, ਉਹ ਕਹਿੰਦੇ ਸੀ ਮੈਨੂੰ, ਚਲੋ ਉਹ ਹੋਰ ਲੜਾਈ ਸੀ, ਮੈਨੂੰ ਜਾਨ ਦੇਣੀ ਪੈਣੀ ਆ, ਨਹੀਂ ਅਮਨ ਸ਼ਾਂਤੀ ਪੰਜਾਬ 'ਚ ਨਹੀਂ ਹੋਣੀ। ਚਲੋ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਕੋਈ ਵੱਡੀ ਗੱਲ ਨਹੀਂ ਹੈ। ਅੱਗੇ ਵੀ ਭੁੱਖ ਹੜਤਾਲ ਤੇ ਜਦੋਂ 9 ਦੇ ਯੂਥ ਬਹਿ ਗਏ ਸੀ ਇਹਦੇ ਲਈ, ਨਸ਼ੇ ਦੇ ਖਿਲਾਫ, ਹੁਣ ਤਾਂ ਦਾਤ ਹੀ, ਹੁਣ ਤਾਂ ਮਾਂ ਦੇ ਖਾਤਰ ਪੈਣਾ। ਜਿੱਦਣ ਮਰਜ਼ੀ ਤਿਆਰੀ ਕਰ ਲਓ, ਪਰ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਇਹ 'ਚ ਕੋਈ ਪਹਿਲ ਕਰੀਏ। ਪਰ ਜ਼ਰੂਰ ਪੰਜਾਬ ਵੱਲੋਂ ਜਦੋਂ ਆਪਾਂ ਇਹ ਕਹਿ ਹੀ ਦਿੱਤਾ ਵੀ ਸਾਡਾ ਕੁਝ ਬਚਿਆ ਹੀ ਨਹੀਂ, ਆਪਾਂ ਤਾਂ ਖਤਮ ਆ, ਬਚਣਾ ਹੀ ਕੁਝ ਨਹੀਂ, ਜਾਂ ਜੇ ਇਹ ਬਿੱਲ ਆ ਗਏ, ਤੇ ਫਿਰ ਜੇ ਆਪਾਂ 2-4 ਬੰਦੇ ਉੱਥੇ ਭੁੱਖ ਹੜਤਾਲ ਤੇ ਬਹਿ ਵੀ ਜਾਵਾਂਗੇ, 4 ਦਿਨ 10 ਦਿਨ ਰੋਟੀ ਅੰਨ ਛੱਡ ਵੀ ਦੇਵਾਂਗੇ, ਪਾਣੀ, ਤੇ ਫਿਰ ਇਹ ਪੰਜਾਬ ਦਾ ਕਰਜ਼ਾ ਤਾਂ ਵੀ ਨਹੀਂ ਲੈਣਾ, ਮਾਂ ਦਾ ਕਰਜ਼ਾ ਤਾਂ ਵੀ ਨਹੀਂ ਲੈਣਾ। ਤੇ ਮੇਰੀ ਸਿਮਰ ਬੇਨਤੀ ਆ, ਹੱਥ ਜੋੜ ਕੇ ਬੇਨਤੀ ਹੈ, ਇਹਨੂੰ ਗਲਤ ਨਾ ਕੋਈ ਸਮਝੇ। ਗੁੱਸਾ ਕਰ ਜਾਂਦੇ ਕਈ ਵਾਰ, ਬਹੁਤ ਗਾਲਾਂ ਕੱਢਦੇ ਆ, ਉਹਦੇ ਨਾਲ ਕੀ ਹੋ ਜਾਊਗਾ। ਇੱਕ ਦੂਜੇ ਨੂੰ ਆਪਾਂ ਪੰਜਾਬੀਆਂ ਨੂੰ ਕਿਉਂ ਆਪਾਂ ਇੱਕ ਦੂਜੇ ਨੂੰ ਐ ਕਮੈਂਟ ਕਰਦੇ ਆ, ਕਿਉਂ ਆਪਾਂ ਐ ਕਰਦੇ ਆ। ਜਦੋਂ ਇਲੈਕਸ਼ਨਾਂ ਦੀ ਲੜਾਈ ਹੋਊ, ਉਹ ਵੀ ਲੜੀ ਜਾਊਗੀ, ਸਿਆਸੀ ਬੰਦੇ ਕਰ ਲੈਣਗੇ। ਕਿਉਂ ਇੱਕ ਦੂਜੇ ਨੂੰ ਇਹ ਸਮਝਦੇ ਹੋ ਵੀ ਜੇ ਕੋਈ ਬੰਦਾ ਗੱਲ ਕਰ ਰਿਹਾ, ਉਹ ਸ਼ਾਇਦ ਉਹਦੇ ਅੰਦਰ ਮਨ 'ਚ ਪਾਪ ਹੀ ਆ। ਜ਼ਰੂਰੀ ਥੋੜੀ ਹੈ ਯਾਰ ਹਰ ਮਨ 'ਚ ਹਰ ਕੋਈ ਗੱਲ ਕਰਨੀ ਹੈ ਪਾਪ ਲੈ ਕੇ ਕਰਨੀ ਆ, ਧੋਖਾ ਲੈ ਕੇ ਕਰਨੀ ਹੈ। ਰੱਬ ਵੀ ਦੇਖਦਾ ਉੱਤੇ, ਉਹਨੂੰ ਜਾਣ ਦੇਣੀ ਆ ਸਭ ਨੇ। ਕਿਵੇਂ ਹਰ ਬੰਦਾ ਝੂਠਾ ਹੋ ਸਕਦਾ? ਮੈਂ ਤਾਂ ਨਹੀਂ ਹੋ ਸਕਦਾ। ਪਰ ਇਹ ਫੈਸਲਾ ਲਓ, ਬਿਲਕੁਲ ਇਹਨਾਂ ਨਾਲ ਕੋਈ ਮੀਟਿੰਗ ਤੇ ਜਾਣ ਦੀ ਲੋੜ ਨਹੀਂ। ਜੇ ਆਉਣੀ ਆ ਮੀਟਿੰਗ, ਇਹਨਾਂ ਨੂੰ ਕਹੋ ਸਾਡੇ ਕੋਲ ਆਉਣ, ਮੀਟਿੰਗ ਕਰੋ। ਬਥੇਰੀ ਵਾਰ ਜਾ ਲਿਆ। ਜਦ ਤੁਹਾਡੇ ਮਗਰ ਇੰਨੇ ਲੱਖਾਂ ਦੀ ਤਾਕਤ ਆ, ਕਦੇ ਲਈ ਜਾਂਦੇ ਆ? ਲੋਕਾਂ ਨੇ, ਦੁਨੀਆ ਦਾ ਇਸ ਵੇਲੇ ਪੰਜਾਬੀ ਆ ਜਿਹੜਾ ਉਹ ਤੁਹਾਡੇ ਮਗਰ ਬੈਠਾ ਹੈ। ਤੇ ਇਹ ਫੈਸਲਾ ਕਰੋ, ਉੱਥੇ ਭੁੱਖ ਹੜਤਾਲ, ਮਰਨ ਵਰਤੇ, ਸਟੇਜਾਂ ਲਾ ਕੇ ਉੱਥੇ ਬਹਿਓ। ਬੜੇ ਲੀਡਰ ਕੋਈ ਵੀ ਫੈਸਲਾ ਕਰੋ, ਜਿਵੇਂ ਪਰਚੀ ਪਾ ਕੇ ਵੀ ਜਿਹਦੀ ਪਰਚੀ ਨਿਕਲਦੀ ਹੈ ਭਾਈ ਇੱਕ ਤੋਂ ਅੱਗੇ ਹੋ ਕੇ। ਜੇ ਨਹੀਂ ਫਿਰ ਮੈਨੂੰ ਦੱਸ ਦਿਓ, ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਜਿੱਥੇ ਕਹੋਗੇ ਮੈਂ ਇੱਥੇ ਜਿੱਥੇ ਬੈਠਾ ਧਰਨੇ ਤੇ ਉੱਥੇ ਬਹਿ ਜਾਊਂਗਾ, ਨਾਲ ਹੋਰਾਂ ਨੂੰ ਵੀ ਬਿਠਾ ਲੂੰਗਾ। ਤੇ ਮੈਨੂੰ ਉਮੀਦ ਆ ਤੁਸੀਂ ਮੇਰੀ ਇਸ ਗੱਲ ਤੇ ਜ਼ਰੂਰ ਗੌਰ ਕਰੋਗੇ, ਇਹਨੂੰ ਸੀਰੀਅਸ ਲਓਗੇ, ਇਹਨੂੰ ਕੋਈ ਮਜ਼ਾਕ ਵਾਲੀ ਗੱਲ ਨਹੀਂ ਲਓਗੇ, ਇਹਨੂੰ ਕੋਈ ਪੋਲਿਟਿਕਸ ਵਾਲੀ, ਕੋਈ ਨੰਬਰ ਬਣਾਉਣ ਵਾਲੀ ਕੋਈ ਇਹਨੂੰ ਨਹੀਂ ਲਓਗੇ। ਮੈਨੂੰ ਆਸ ਆ ਤੁਸੀਂ ਇਸ ਗੱਲ ਨੂੰ ਸਮਝਦੇ ਹੋਏ, ਕਿਉਂਕਿ ਜਦੋਂ ਆਪਾਂ ਕਹਿੰਦੇ ਆ ਵੀ ਹਮੇਸ਼ਾ ਸ਼ਾਂਤੀਮਈ, ਅੱਜ ਤੱਕ ਜਿਹੜੇ ਵੀ ਤੁਸੀਂ ਆਪ ਸਾਰੇ ਕਹਿੰਦੇ ਹੋ ਵੀ ਸ਼ਾਂਤੀਮਈ ਜਿਹੜੇ ਲੜੇ ਗਏ ਨੇ, ਜਿਹੜੇ ਵੀ ਐਜੀਟੇਸ਼ਨ, ਉਹਨਾਂ ਦੀ ਜਿੱਤ ਹੋਈ ਹੈ। ਤੇ ਫਿਰ ਆਪਾਂ ਸ਼ਾਂਤੀ ਚੁੱਪ ਕਰਕੇ ਉੱਥੇ ਵੀ ਅਸੀਂ ਭਾਈ ਅੱਜ ਤੋਂ ਬਾਅਦ ਰੋਟੀ ਛੱਡੀ, ਲੀਡਰ ਨੇ ਜਿਹੜੇ ਸ਼ੁਰੂ ਕਰਨ, ਸਾਨੂੰ ਮੌਕਾ ਦੇਣ। ਐਵੇਂ ਨਹੀਂ ਵੀ ਭਾਈ ਅਸੀਂ ਹੁਣ ਛੱਡਤਾ, ਪਾਉਣੇ ਆ ਤੁਹਾਡੇ ਤੇ ਜ਼ਿੰਮੇਵਾਰੀ, ਚਲੋ ਭਾਈ ਬੈਠੋ। ਇਸ ਕਰਕੇ ਇਹ ਜ਼ਿੰਮੇਵਾਰੀ ਚੱਕਣੀ ਪਣੀ ਆ। ਜਦੋਂ ਸਾਰਾ ਇੰਨਾ ਲੱਖਾਂ ਲੋਕਾਂ ਨੂੰ ਆਪਾਂ ਲੈ ਕੇ ਆਏ ਆ ਉਰੇ, ਤੇ ਉਸ ਵਿੱਚ ਤੋਂ ਮੂਹਰੇ ਫਿਰ ਲੀਡਰਸ਼ਿਪ ਨੂੰ, ਜਿਹੜੇ ਕਿਸਾਨ ਲੀਡਰ ਨੇ, ਉਹਨਾਂ ਨੂੰ ਲੋਕਾਂ ਨਾਲੋਂ ਕੁਛ ਅੱਗੇ ਵੱਧ ਕੇ ਕਰਨਾ ਪੈਣਾ, ਦਿਖਾਉਣਾ ਪੈਣਾ ਵੀ ਹਾਂ ਜੇ ਅਸੀਂ ਸਟੇਜਾਂ ਤੇ ਬੋਲਦੇ ਆ, ਜੇ ਅਸੀਂ ਲੀਡਰ ਕਹਾਉਨੇ ਆ, ਤੇ ਫਿਰ ਆਮ ਬੰਦੇ ਨਾਲੋਂ ਵੱਧ ਕੇ ਕੁਛ
ਦੇਣ ਲੋਕਾਂ ਨੂੰ ਦੇਣੀ ਪੈਣੀ ਹੈ ਤੇ ਇਦੋਂ ਵੱਡਾ ਇਤਿਹਾਸਿਕ ਮੁੱਲ ਨਹੀਂ ਕੋਈ ਪੈਣਾ। ਦੇਸ਼ ਲਈ, ਪੰਜਾਬ ਲਈ, ਕਿਸਾਨ ਲਈ ਇਦੋਂ ਬੜੀ ਕੋਈ ਗੱਲ ਨਹੀਂ ਹੋ ਸਕਦੀ। ਜਿਹੜਾ ਬੰਦਾ ਇਸ ਲੜਾਈ 'ਚ ਸ਼ਹਾਦਤ ਵੀ ਪਾ ਜਾਊਗਾ, ਮੈਂ ਸਮਝਦਾ ਉਹਦੀ ਨਾ ਪੀੜ੍ਹੀਆਂ ਤਰ ਜਾਣਗੀਆਂ। ਅਸੀਂ ਤਾਂ ਉਸ ਪਰਿਵਾਰ 'ਚੋਂ ਅਸੀਂ ਦੇਖਿਆ ਇਹ ਕੰਮ ਜ਼ਰੂਰ ਕਰੋ। ਜੇ ਤੁਸੀਂ ਕਹੋਗੇ ਕੋਈ ਇਸ ਨੂੰ ਚੈਲੰਜ, ਇੱਕ ਗੱਲ ਤਾਂ ਇਹ ਆ, ਹਰੇਕ ਨੇ ਜਦੀ ਇਹਨੂੰ ਇਹ ਨਹੀਂ ਲੈਣਾ ਵੀ ਇਹਨੂੰ ਚੈਲੰਜ ਲੈਣਗੇ। ਅੱਛਾ ਚੈਲੰਜ ਕਰਦਾ ਜੀ ਸਾਨੂੰ ਤਾਂ ਉਹ ਮੇਰੀ ਕੋਈ ਔਕਾਤ ਆ ਚੈਲੰਜ ਕਰਨ ਦੀ। ਰੱਬ ਦੇ ਵਾਸਤੇ ਇਹ ਫੈਸਲਾ ਕਰਕੇ ਇਹਨਾਂ ਨੂੰ ਬਿਲਕੁਲ ਆਉਣ ਨਾ ਦਿਓ। ਜਿਵੇਂ ਸਭ ਉਸ ਅੰਨੇ ਵੇਲੇ ਜਾਂਦੇ ਸੀ ਸਟੇਜ ਤੇ, ਬੜੇ ਜਦੋਂ ਇੱਕ ਦਿਨ ਬਹਿ ਗਏ ਸੀ ਨਾ ਉਹ ਮਦੰਤਾ ਕੀ ਦੂਜਾ ਹਸਪੀਟਲ ਕੀ ਸਰਕਾਰ ਨੂੰ ਬੜੇ ਤੋਂ ਬੜੇ ਡਾਕਟਰ ਵੀ ਦੇਖੋ ਯਾਰ ਕਿਤੇ ਮਾੜੀ ਜੀ ਕਮੀ ਨਾ ਰਹੇ, ਲਾਓ ਜਾ ਕੇ ਗਲੂਕੋਜ਼ ਕਿਤੇ ਇਹ ਨਾ ਹੋ ਜੇ। ਜਿੱਦਣ ਤੁਸੀਂ ਬਹਿ ਗਏ ਮਗਰ ਫਿਰਨਗੇ ਤੁਹਾਡੇ, ਉਠਾਉਂਦੇ ਮਿੰਨਤਾਂ ਕਰਦੇ ਰਹਿਣਗੇ ਵੀ ਕੋਈ ਗੱਲ ਨਾ ਹੋ ਜੇ। ਕਰੋ ਅਨਾਉਂਸ ਤੇ ਇੱਕ ਵਾਰ ਇਸ ਤਰੀਕੇ ਨਾਲ ਜੰਗ ਜਿੱਤਾਂਗੇ। ਹੋਰ ਚਲੋ, ਇਹ ਨਹੀਂ ਮੈਂ ਕਹਿੰਦਾ ਅੱਗੇ ਵੀ ਲੜਾਈ ਮੁੜਨਾ ਨਹੀਂਗਾ। ਇਹ ਲੜਾਈ ਆਰ ਪਾਰ ਦੀ ਸ਼ਾਂਤੀਮਈ ਢੰਗ ਨਾਲ ਇਹ ਹੁਣ ਸਿਰੇ ਲੱਗੂਗੀ। ਐਵੇਂ ਨਹੀਂ ਠੰਡ 'ਚ ਬੈਠੇ, ਐਵੇਂ ਨਹੀਂ ਅਸੀਂ ਬਜ਼ੁਰਗ ਮਰਾ ਵਾਪਸ ਭੇਜ ਰਹੇ। ਇੰਨੀ ਬੇਨਤੀ, ਇਹਨੂੰ ਬਿਲਕੁਲ ਕੋਈ ਜੇ ਸਮਝੇ ਵੀ ਮੈਂ ਜਾਣ ਕੇ ਕਹਿ ਰਿਹਾ, ਕੋਈ ਚੈਲੰਜ ਕਰ ਰਿਹਾ, ਬਿਲਕੁਲ ਇੱਕ ਮਨ ਚੋਂ ਗੱਲ ਕੱਢ ਕੇ। ਸਿਰਫ ਅੱਜ ਸਵੇਰੇ ਮੇਰੇ ਜਦੋਂ ਮਨ ਦੇਖ ਕੇ ਮੇਰਾ ਅੱਜ ਮੈਂ ਰੋਇਆ ਸਵੇਰੇ, ਜਦੋਂ ਵੀ ਆ ਬਜ਼ੁਰਗਾਂ ਦੀਆਂ ਨਾਲ ਵੀਡੀਓ ਦੇਖਿਆ, ਅਸੀਂ ਵੀ ਉੱਥੇ ਬੈਠੇ ਸੀ। ਅੱਜ ਮੈਂ ਰਾਹ 'ਚ ਹੁਣ ਆ ਰਿਹਾ ਸੀ, ਕੁਝ ਘੰਟਿਆਂ ਲਈ ਮੇਰੇ ਸਕੇ ਮਾਮਾ ਜੀ, ਉਹਨਾਂ ਦੇ ਇੱਕੋ ਹੀ ਮੇਰਾ ਉਹਨਾਂ ਦਾ ਬੇਟਾ ਏ, ਅੱਜ ਵਿਆਹ ਸੀ ਉਹਨਾਂ, ਤੇ ਮੈਂ ਉੱਥੋਂ ਚੱਲ ਕੇ ਸਵੇਰੇ ਅੱਜ ਹਾਜ਼ਰੀ ਲਾ ਕੇ ਹੁਣ ਵਾਪਸ ਚੱਲਿਆ ਏ। ਰਾਤ ਉੱਥੇ ਫੇਰ ਪਹੁੰਚੂਗਾ। ਸਿਰਫ ਕੁਝ ਘੰਟਿਆਂ ਦਾ ਵਿੱਚੋਂ ਹਾਜ਼ਰੀ ਲਾਉਣ ਆਇਆ ਸੀ, ਪਰ ਅੱਜ ਮਨ ਭਰਿਆ ਸੀ, ਇਸ ਕਰਕੇ ਮੈਂ ਤੁਹਾਡੇ ਨਾਲ ਇਹ ਗੱਲ ਕਰ ਲਈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਫਿਕਰ ਹੋ ਕੇ ਮੈਨੂੰ ਕਹਿ ਦਿਓ, ਜੇ ਤੁਹਾਡਾ ਮਨ ਨਹੀਂ ਕਰੂਗਾ ਮੈਨੂੰ ਬੇਫਿਕਰ ਹੋ ਕੇ ਕਹਿ ਦਿਓ ਵੀ ਬਹਿ ਜਾ ਭਾਈ ਸੂਲੀ ਚੜ ਜਾ, ਮੈਂ ਉਧਰ ਨਹੀਂ ਚੜ ਜਾਊ। ਪਰ ਪਹਿਲਾਂ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਆ, ਅਸੀਂ ਜੇ ਕਰਾਂਗੇ ਫਿਰ ਉਹ ਸਿਆਸਤ ਵਾਲੀ ਗੱਲ ਚੱਲ ਪੈਂਦੀ ਆ, ਹੋਰ ਤਰ ਜਾਂਦੀ ਆ। ਪਹਿਲਾਂ ਜ਼ਿੰਮੇਵਾਰੀ ਤੁਹਾਡੀ, ਤੁਸੀਂ ਮੈਨੂੰ ਲੱਗਦਾ ਵੀ ਕਿਤੇ ਵੀ ਕਮੀ ਨਹੀਂ ਛੱਡੋਗੇ, ਨਿਭਾਓਗੇ। ਤੇ ਮੈਂ ਸਮਝਦਾ ਇੱਕ ਬਹੁਤ ਮੈਂ ਆਪਣੇ ਜਾਣੇ ਤੇ ਸੁਝਾਅ ਚੰਗਾ ਦਿੱਤਾ। ਮੈਂ ਆਪ ਇਹ ਕਰਕੇ ਦੇਖੀ ਆ। ਇਸ ਗੱਲ 'ਚ ਜਿਹੜਾ ਹੈ ਉਹ ਮਿੰਟ 'ਚ ਸਰਕਾਰਾਂ ਡਰ ਕੇ ਭੱਜਦੀਆਂ, ਤੇ ਇਹ ਸਰਕਾਰ ਵੀ ਤੁਹਾਡੇ ਮੂਹਰੇ ਭੱਜੂਗੀ, ਇਹ ਮੈਂ ਤੁਹਾਨੂੰ ਦੱਸਦਾ। ਧੰਨਵਾਦ। ਜੈ ਹਿੰਦ, ਜੈ ਕਿਸਾਨ, ਜੈ ਜਵਾਨ।